ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟਿ ਸਾਹਿਬ, ਜਿਹੜਾ ਪੰਜਾਬ ਪੁਲਿਸ ਦੇ ਥਾਣੇਦਾਰ ਨੂੰ ਮਾਰਨ ਵਾਸਤੇ ਜਿਹੜੀ ਹੈ ਉਹਦੀ ਉਡਾਉਣ ਵਾਸਤੇ ਜਿਹੜੀ ਵੱਡੀ ਗੱਡੀ ਵਿੱਚ RDX ਲਾਇਆ ਗਿਆ ਸੀਗਾ, ਉਹ ਲੱਗਾ ਨਹੀਂ। ਉਹਦੀ ਗੱਡੀ ਸਾਫ਼ ਕਰਨ ਵਾਲੇ ਆਏ, ਉੱਥੇ ਚਲੋ ਟ੍ਰੈਂਡ ਆ ਵੀ ਗੱਡੀਆਂ ਸਾਫ਼ ਕਰਦੀਆਂ ਨੇ ਅਫਸਰਾਂ ਦੀਆਂ, ਤੇ ਉਹਨਾਂ ਨੇ ਵੇਖਿਆ ਥੱਲੇ ਇੱਕ ਡੱਬਾ ਪਿਆ, ਉਹ ਡੱਬਾ ਚੱਕ ਕੇ ਬਾਹਰ ਰੱਖ ਦਿੱਤਾ। ਔਰ ਇਹ ਜਿਹੜਾ ਕਿਹੜੀ ਜਥੇਬੰਦੀ ਹੈ, ਖਾਲਿਸਤਾਨੀਆਂ ਵੱਲ ਜਿਹੜਾ ਇਸ਼ਾਰਾ ਉੱਠਦਾ, ਜਾਂ ਇੱਕ ਹੋਰ ਖਬਰ ਛਪ ਰਹੀ ਹੈ ਕਿ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ ਕਿਸੇ ਨਾਲ ਕੰਮ ਕਰਦਾ ਸੀ, 2-3 ਦਿਨ ਤੋਂ ਛੁੱਟੀ ਥਾਪਣ ਵਾਲਿਆਂ ਤੇ ਤਸਵੀਰ ਵੀ ਛਾਪ ਦਿੱਤੀ ਹੈ, ਔਰ ਕੁੱਤੇ ਦੀ ਵਜ੍ਹਾ ਕਰਕੇ ਹੋਇਆ ਬਚਾ। ਇੱਕ ਇਹ ਦੇਖੋ ਚਾਵਲਾ ਸਾਹਿਬ, ਇਹ ਇਨਵੈਸਟੀਗੇਸ਼ਨ ਦਾ ਮੈਟਰ ਹਰਪਾਲ ਸਿੰਘ ਤੇ ਫਤਿਹਵੀਰ ਸਿੰਘ ਦੇ ਦੋ ਵਿਅਕਤੀ ਦਿੱਲੀ ਏਅਰਪੋਰਟ ਤੋਂ ਫੜੇ ਗਏ ਨੇ। ਉਹ ਵਾਕਿਆ ਹੀ ਸੰਦੀਪ ਕੌਰ ਸੀ ਐਡਵੋਕੇਟ ਦਾ ਇੱਕ ਜਿਹੜਾ ਵਾ ਉਹ ਗਨਮੈਨ ਸੀ। ਸੰਦੀਪ ਕੌਰ ਸੀ ਦਾ ਪਿਛਲੇ ਸਮੇਂ ਆਪਣੇ ਲੈਣ ਦੇਣ ਦੇ ਵਿੱਚ ਕਾਫੀ ਝਗੜਾ ਚੜਾ ਰਿਹਾ, ਤੇ ਉਹ ਆਪ ਐਡਵੋਕੇਟ ਸੀ ਕਿ ਹਾਈ ਕੋਰਟ ਨੇ ਉਹਨੂੰ ਬਕਾਇਦਾ ਤੌਰ ਤੇ ਸਿਕਿਉਰਿਟੀ ਦਿੱਤੀ। ਪਹਿਲਾਂ ਕਿਸੇ ਵੇਲੇ ਉਹ ਕਾਂਗਰਸ ਹੁੰਦਾ ਸੀ, ਮੁੜ ਕੇ ਕਾਂਗਰਸ ਨੂੰ ਛੱਡ ਦਿੱਤੀ। ਉਹਦੇ ਵਿੱਚ ਸ਼ਾਮਲ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਕਿ ਕੀ ਉਹ ਸ਼ਾਮਲ ਨੇ ਇਹਦੇ ਵਿੱਚ ਕਿ ਨਹੀਂ, ਜਾਂ ਫਸਾਏ ਗਏ ਨੇ, ਜਾਂ ਜੋ ਨੌਕਰੀ ਕਰਦਾ ਸੀ ਤੇ ਉਹਦਾ ਕੀ ਮਨਸ਼ਾ ਸੀ ਇਹਦੇ ਵਿੱਚ। ਲਖਵੀਰ ਸਿੰਘ ਲੰਡਾ ਜਿਹੜਾ ਕੈਨੇਡਾ 'ਚ ਬੈਠਾ ਵਾ, ਕਹਿੰਦੇ ਵੀ ਉਹਦੀ ਸਾਜ਼ਿਸ਼ ਸੀ, ਉਹਨੇ ਕਿਹਾ ਸੀ ਪਿਛਲੇ ਕੰਮ। ਤੁਹਾਨੂੰ ਪਤਾ ਹੋਏਗਾ ਪਿੱਛੇ ਜਿਹੇ ਜਦੋਂ ਇੱਥੇ ਖਾਲਿਸਤਾਨੀ ਝੰਡੇ ਚੜਾਉਣ ਦੀ ਗੱਲ ਚੱਲੀ ਸੀ, ਹੋਰ ਵੀ ਕੁਝ ਬਿਆਨ ਦੇਣ ਦੀ ਗੱਲ ਚੱਲੀ ਸੀ, ਵਿਰੋਧ ਕਰਨ ਦੀ ਗੱਲ ਚੱਲੀ ਸੀ, ਤੇ ਉਸ ਟਾਈਮ 'ਚ ਕੁਝ ਅਖਬਾਰਾਂ ਦੀ ਖਬਰਾਂ ਛਪੀਆਂ ਸੀ ਵੀ ਸਾਨੂੰ ਕੁਝ ਮਿਲਿਆ ਨਹੀਂ। ਅਸੀਂ ਕਿਹਾ ਸੀ ਵੀ ਤੁਸੀਂ ਸਾਨੂੰ ਵਿਦੇਸ਼ ਬਣਾ ਲਓਗੇ। ਉਹਨਾਂ ਨੂੰ ਕਿਹਾ ਸੀ ਨੇਪਾਲ ਪਹੁੰਚੇ ਤਾਂ ਨੇਪਾਲ ਤੋਂ ਲੈ ਲਾਂਗੇ, ਨੇਪਾਲ ਤੋਂ ਫਿਰ ਮੋੜ ਲਾਂਗੇ। ਸਾਨੂੰ ਆਪਣੇ ਉਹਨਾਂ ਕੋਲ ਉਹਦਾ ਜੇਲ੍ਹ ਚ ਲੱਗੇ ਵਿਚਾਰੇ। ਇਸ ਕਰਕੇ ਇਹਦੀ ਹਰਪਾਲ ਸਿੰਘ ਦੀ ਮਨਸ਼ਾ ਕੀ ਸੀ, ਕੋਈ ਜਾਣਕਾਰੀ ਨਹੀਂ ਪਾਈ। ਇਹ ਇਨਵੈਸਟੀਗੇਸ਼ਨ ਦਾ ਮਾਮਲਾ ਕੱਲ ਸਵੇਰੇ 10 ਵਜੇ ਇਹ ਬਕਾਇਦਾ ਤੌਰ ਤੇ ਭੱਜਣ ਲੱਗੇ ਸੀ ਏਅਰਪੋਰਟ ਇੰਦਰਾ ਗਾਂਧੀ ਏਅਰਪੋਰਟ ਦਿੱਲੀ ਤੋਂ। ਉੱਥੇ ਪੁਲਿਸ ਨੂੰ ਇਨਫੋਰਮੇਸ਼ਨ ਸੀ ਤੇ ਪੁਲਿਸ ਨੇ ਜਾ ਕੇ ਮੌਕੇ ਤੇ ਜਾ ਕੇ ਕੀਤਾ। ਉਹ ਜਿਹੜਾ ਉਹਦੇ ਥੱਲੇ ਕਿਵੇਂ ਲਾਇਆ, ਕੀ ਕੀਤਾ, 2 ਕਿਲੋ 700 ਗ੍ਰਾਮ ਜਿਹੜਾ ਹੈਗਾ ਆਈਡੀ ਤੇ ਚੱਲ ਜਾਂਦਾ, ਤੇ ਘੱਟੋ ਘੱਟ 500 ਮੀਟਰ ਦੇ ਕਿਹੜੇ ਪੜਾਈ ਬਚਾਓ। ਇਸ ਕਰਕੇ ਬੜੀ ਇੱਕ ਸੋਚਦੀ ਵੀ ਕਹਿ ਸਕਦੇ ਕਿ ਸਮੇਂ ਤੇ ਕਾਰਵਾਈ ਕੀਤੀ ਗਈ, ਜਾਂ ਕੁੱਤੇ ਨੇ ਜੋ ਖਿੱਚਿਆ ਡੱਬਾ, ਉਹਨੂੰ ਭੁੱਖ ਭੱਖ ਲੱਗੀ ਖਾਣ ਵਾਸਤੇ ਖਿੱਚਿਆ, ਤੇ ਉਹਦੇ ਕਨੈਕਸ਼ਨ ਜਿਹੜੇ ਜੋੜੇ ਸੀ ਪਿਛਲੇ ਪਾਸੇ, ਉਹ ਕਨੈਕਸ਼ਨ ਟੁੱਟ ਗਏ, ਉਹ ਨਿਕਲ ਆਏ। ਜਿੱਥੋਂ ਇਹ ਬਚਾਅ ਹੋ ਗਿਆ। ਜੇ ਕਿਤੇ ਉਹ ਟੇਪ ਜਿਹੜੀ ਲੱਗੀ ਸੀ ਨਾਲ ਉਹਦੇ, ਉਹ ਨਾ ਟੁੱਟਦੀ ਤੇ ਫਿਰ ਜਿੱਥੋਂ ਦੀ ਵੱਢਣਾ ਸੀ, ਫਿਰ ਤੇ ਭਾੜਾ ਵਰ ਜਾਣਾ ਸੀਗਾ। ਲੇਕਿਨ ਜੇ ਆਪਾਂ ਦਿਲਬਾਗ ਸਿੰਘ ਦੀ ਗੱਲ ਕਰੀਏ, ਬੇਸਿਕਲੀ ਤੁਸੀਂ ਪੰਜਾਬ ਪੁਲਿਸ ਤੋਂ ਪੁੱਛੋ ਦਿਲਬਾਗ ਤੋਂ ਕੋਈ ਨਹੀਂ ਸੀ, ਉਹਨੂੰ ਕੀ ਬਾਗਾ ਕੱਟ ਕਿੱਥੇ ਲੱਗਾ ਜੀ, ਉਹਨੂੰ ਉਸ ਨੂੰ ਦੱਸ ਦੇਣਗੇ। ਕਿਉਂਕਿ ਇਹਦਾ ਪਿਛੋਕੜ ਹੀ ਪਹਿਲਾਂ ਮੁੰਡਿਆਂ ਨਾਲ ਜੁੜਦਾ ਵਾ, ਮੁੰਡਿਆਂ ਨਾਲ ਜੁੜਦਾ, ਬਟੀਰੀਅਨ ਜੁੜਦਾ, ਇਹ ਕੋਈ ਜਾਣਕਾਰੀ ਨਹੀਂ। ਇਹ ਵਿਅਕਤੀ ਪਹਿਲਾਂ ਮੁੰਡਿਆਂ ਨਾਲ ਹੁੰਦਾ ਸੀ, ਮੁੜ ਕੇ ਇਹ ਫੜਿਆ ਗਿਆ। ਫਿਰ ਆਲਮ ਜਿਹੜਾ ਸੀ, ਆਲਮ ਸੈਨਾ ਦਾ ਮੈਂਬਰ ਸੀ, ਕੈਟ ਬਣਿਆ। ਜਦੋਂ ਇਹ ਕੈਟ ਬਣਿਆ, ਕੈਟ ਬਣ ਕੇ ਇਹਨੇ ਕਾਫੀ ਕੰਮ ਕੀਤੇ, ਕਈ ਮੁੰਡੇ ਮਰਵਾਏ ਤੇ ਕਈ ਕਰਵਾਏ। ਔਰ ਆਲਮ ਸੈਨਾ ਦੇ ਵਿੱਚੋਂ ਜੇ ਬਚਿਆ ਤੇ ਸਿਰਫ ਇਕੱਲਾ ਬਚਿਆ। ਉਹ ਜਾਂਦਿਆਂ ਜਾਂਦਾ ਆਲਮ ਸਾਹਿਬ ਨੇ ਮੁੜ ਕੇ ਸਾਰੇ ਪਰਿਵਾਰ ਤੇ ਵੀ ਲੋੜ ਨਹੀਂ ਇਹਨਾਂ ਦੀ, ਕੱਲ ਨੂੰ ਸਾਡਾ ਕੋਈ ਭਾਂਡਾ ਫਾਸ ਕਰਨਗੇ। ਇਕੱਲਾ ਬਚਿਆ ਸੀ, ਕਿਵੇਂ ਬਚ ਗਿਆ, ਇਹਦੀ ਕਿਸਮਤ। ਹੁਣ ਇਹਦੀ ਜੇ ਆਪਾਂ ਗੱਲ ਕਰੀਏ ਕਿਸਮਤ ਸੀ, ਤੇ ਇਹਦੀ ਇੱਕ ਖਾਸੀਅਤ ਹੈ, ਇਹ ਨਾ ਸ਼ਰਾਬ, ਨਾ ਮੀਟ, ਨਾ ਅੰਡਾ, ਬਿਲਕੁਲ ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਦਾ। ਉਹ ਇੱਕ ਗੱਲ ਕਹਿਣਾ ਪਰ ਮੈਂ ਨਹੀਂ ਕਹਿਣੀ ਕਿ ਉਹ ਰੰਗ ਬੁਰਾ ਚੱਟਾ ਸੋਹਣਾ ਰੰਗ ਤੇ ਹੈ, ਦੋਸਤਾਂ ਦਾ ਮੁੰਡਾ ਵਾ। ਉਹ ਆਪ ਹੀ ਕਈ ਵਾਰੀ ਕਹਿੰਦਾ ਹੁੰਦਾ ਪੱਟੀ ਸਾਹਿਬ ਗੱਲ ਹੈਗੀ ਹੈ, ਮੇਰੇ ਕੋਲ ਘਰੇ ਵੀ ਕਈ ਵਾਰੀ ਆਏ ਨੇ ਇੱਥੇ ਕੰਮ ਆਏ। ਹੁਣ ਉਹ ਬੰਦਾ ਜਿਹੜਾ ਵਾ ਬੜਾ ਮਾਰਖੋਰਾ ਬੰਦਾ। ਪੱਟੀ ਸਾਹਿਬ ਇੱਕ ਜਿਹੜਾ ਤੁਸੀਂ ਏਡਾ ਵੱਡਾ ਖੁਲਾਸਾ ਕਰ ਦਿੱਤਾ ਕਿ ਆਲਮ ਸੈਨਾ ਦਾ ਇਹ ਬੰਦਾ ਸੀ, ਬਾਗਾ ਕੈਟ ਕਰਕੇ ਕਦੀ ਕਦੀ ਧੁੰਦਲਾ ਜਿਹਾ ਹੁਣ ਯਾਦ ਆਉਂਦਾ, ਕਿਤੇ ਸੁਣਿਆ ਹੋਵੇ, ਕਿਤੇ ਪੜ੍ਹਿਆ ਹੋਵੇ, ਹੈ ਨਾ, ਕਿਉਂਕਿ ਹੁਣ ਤੇ
ਕਾਫੀ ਵਰੇ ਹੋ ਗਏ ਨਾ, ਮਤਲਬ ਪਰ ਜੁੜੇ ਆ, ਯਾਦ ਰਹਿੰਦਾ ਕਿਸੇ ਵੇਲੇ ਵੱਡੇ ਵੱਡੇ ਨਾਮ, ਕਿਸੇ ਵੇਲੇ ਕੁਛ ਨਾਂ ਹੈਗੇ ਨੇ। ਹੁਣ ਕੈਟ 300 ਤਾਂ ਇਹ ਯਾਦ ਆ ਕਿ ਵੱਡਾ ਫਿਗਰ ਦਿੱਤਾ ਸੀਗਾ ਸਾਡੇ ਕੈਪਟਨ ਸਾਹਿਬ ਨੇ ਕਿ ਇੱਕ ਸੁਖੀ ਨਹੀਂ ਇਕੱਲਾ ਹੈਗਾ, ਸਾਡੇ ਕੋਲ 300 ਹੋਰ ਵੀ ਕੈਟ ਹੈਗੇ ਹਨ। ਇਹ ਬਿਆਨ ਸੀ ਕਿ ਮੁੱਖ ਮੰਤਰੀ ਦਾ, ਇਹਨਾਂ ਦਾ ਕੈਪਟਨ ਸਾਹਿਬ ਦਾ ਵੀ ਛਪਿਆ ਸੀਗਾ। ਨਹੀਂ, ਕੈਪਟਨ ਸਾਹਿਬ ਨੇ 20 ਬੰਦੇ ਜਿਹੜੇ ਬੰਦੇ ਪੇਸ਼ ਕਰਿਆ ਸੀ ਉਹਨਾਂ ਦੀ ਗੱਲ ਕੀਤੀ। ਨਹੀਂ, ਕੈਪਟਨ ਦਾ ਵੀ ਬਿਆਨ ਛਪਿਆ ਸੀ ਨਾਲ। ਉਹ ਜਿਹੜੇ ਫੜਾਏ ਸੀਗੇ, ਸਰੈਂਡਰ ਕੀਤੇ ਸੀ, ਉਹ ਕਹਾਣੀ ਬੜੀ ਵੱਡੀ ਹੈ। ਪਰ ਜਿਹੜਾ ਤੁਸੀਂ ਖੁਲਾਸਾ ਕੀਤਾ ਕਿ ਇਹ ਹਾਂ ਉਹ ਕਹਾਣੀ, ਉਹ ਜਿਹੜੇ ਸਰੈਂਡਰ ਕਰਾਏ ਸੀ, ਕਿੱਥੇ ਗਏ, ਕਿੱਥੇ ਆ, ਕਿੱਥੇ ਨਹੀਂ, ਕਿਹੜੀ ਜੇਲ੍ਹ ਦੇ ਵਿੱਚ ਆ, ਹਨਾ, ਕਿਰਿਆ ਹੋ ਗਏ ਨਹੀਂ ਹੋ ਗਏ, ਉਹ ਗੱਲ ਉਹ ਜਾਂ ਰੱਬ ਜਾਣਦਾ ਜਾਂ ਕੈਪਟਨ ਸਾਹਿਬ ਜਾਣਦੇ ਜਾਂ ਸਰੈਂਡਰ ਕਰਨ ਵਾਲੇ ਜਾਣਦੇ ਨੇ। ਪਰ ਕਹਾਣੀ ਬੜੀ ਵੱਡੀ ਹੈ। ਪਰ ਤੁਸੀਂ ਇੱਕ ਬੜਾ ਵੱਡਾ ਇੱਕ ਇਸ ਮੰਚ ਦੇ ਉੱਤੇ ਖੁਲਾਸਾ ਕੀਤਾ ਹੈ ਕਿ ਇਹ ਖੁਦ ਵੀ ਜਿਹੜਾ ਸੀਗਾ ਆਲਮ ਸੈਨਾ ਦਾ ਇਹ ਇੱਕ ਕਹਿ ਲਓ ਕਿ ਕੈਟ ਸੀਗਾ, ਬਾਗਾ ਕੈਟ, ਤੇ ਜਾਂਦੇ ਜਾਂਦੇ ਉਹ ਸਾਰੇ ਖਤਮ ਹੋ ਗਏ ਜਾਂ ਕਰ ਦਿੱਤੇ ਗਏ ਜਾਂ ਹੋ ਗਏ ਜਾਂ ਕਿਸ ਤਰੀਕੇ ਨਾਲ, ਕਿਉਂਕਿ ਇਸ ਨੂੰ ਮੈਂ ਬੈਲੈਂਸ ਰੱਖਣਾ, ਤੇ ਇਹ ਜੀਂਦਾ ਆ, ਇਹਦਾ ਸੰਬੰਧ ਉਹਦੇ ਨਾਲ, ਤੇ ਫਿਰ ਥਾਣੇਦਾਰ ਬਣ ਗਿਆ ਜਾਂ ਬਣਾ ਦਿੱਤਾ ਗਿਆ। ਇਹ ਕਿਵੇਂ ਸਟੋਰੀ ਹੋਈ ਜਿਹੜੀ ਤੁਸੀਂ ਕਹਿ ਰਹੇ ਹੋ? ਇਹ ਆਪਣੀ ਇਸ ਮੰਚ ਤੇ ਮੇਰੇ ਖਿਆਲ 'ਚ ਪਹਿਲੀ ਵਾਰੀ ਮੈਂ ਸੁਣ ਰਿਹਾ ਤੁਹਾਡੇ ਕੋਲੋਂ। ਕੋਈ ਵਾਕਿਆ ਹੀ ਤੁਸੀਂ ਕਹਿ ਰਹੇ ਹੋ, ਤੁਹਾਡੇ ਕੋਲ ਕੋਈ ਸਬੂਤ ਪ੍ਰੂਫ ਤਾਂ ਹੋਣਗੇ ਨਾ? ਬਿਲਕੁਲ ਪ੍ਰੂਫ ਹੈਗਾ ਜੀ, ਨਾਲ ਹੀ ਕਿਹੜੀ ਗੱਲ, ਉਹ ਆਪ ਇਹਦੀ ਗੱਲ ਰੱਖੂਗਾ, ਮੈਂ ਗੱਲ ਕੀਤੀ ਹੈ ਜੀ। ਜੋ ਜਾਓ ਨਹੀਂ ਕਰੇਗਾ, ਕਹੇਗਾ ਨਹੀਂ ਗੱਲ, ਬਿਲਕੁਲ ਨਹੀਂ ਕਰੇਗਾ। ਸ਼ਰੇਆਮ ਕਹਿੰਦਾ, ਅਖਬਾਰਾਂ ਛਪਦੇ ਰਹੇ ਬਗੈਰ ਤੌਰ ਤੇ। ਇਹ ਬੰਦੇ ਨੂੰ ਐਸਪੀ ਭਰਤੀ ਕੀਤਾ ਗਿਆ, ਐਸਪੀ ਤੋਂ ਮੁੜ ਕੇ ਅਫਸਰ ਜਿਹੜੇ ਮਿਹਰਬਾਨ ਸਨ, ਰਜਿੰਦਰ ਸਿੰਘ ਡੀਜੀਪੀ ਰਿਟਾਇਰ ਹੋਏ ਨੇ, ਉਹ ਆਈਟੀ ਅਫਸਰ ਸਨ, ਉਹ ਇਹਦੇ ਬਹੁਤ ਨੇੜੇ ਸਨ, ਉਹਨਾਂ ਨੇ ਵੀ ਬਹੁਤ ਮਦਦ ਕੀਤੀ। ਸੈਣੀ ਦੇ ਵੀ ਨੇੜੇ ਸੀ ਕਿ ਮਦਦ ਰਜਿੰਦਰ ਸਿੰਘ ਨੇ ਕੀਤੀ। ਹੁਣ ਅਗਲੀ ਗੱਲ ਮੈਂ ਕਿਉਂ ਨਹੀਂ ਕੀਤੀ, ਉਹ ਮੈਂ ਅਗਲੀ ਗੱਲ ਨਹੀਂ ਸੁਣੀ। ਹੁਣ ਇਹ ਉਹਨੂੰ ਮਦਦ ਕੀਤੀ ਤੇ ਇਹ ਬੰਦੇ ਨੂੰ ਥਾਣੇ ਪਹਿਲਾਂ ਐਸਪੀ ਭਰਤੀ ਕੀਤਾ, ਫਿਰ ਇਹਨੂੰ ਬਕਾਇਦਾ ਤੌਰ ਤੇ ਜਿਹੜਾ ਸੀ ਸਿਪਾਹੀ ਬਣਾਇਆ। ਜਿਨ੍ਹਾਂ ਵੇਲਿਆਂ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਥਾਣਾ ਮਹਿਤਾ ਹੁੰਦਾ ਸੀ ਤੇ ਇੱਕ ਅੰਮ੍ਰਿਤਸਰ ਤੇ ਵੇਰਕਾ ਚੌਂਕੀ ਹੁੰਦੀ ਸੀ, ਲੱਗਣ ਨੂੰ ਤਿਆਰ ਕੁਝ ਨਹੀਂ ਇੰਚਾਰਜ, ਨਹੀਂ ਵੀ ਉੱਥੇ ਦਿਨੇ ਅਟੈਕ ਹੋ ਜਾਂਦਾ, ਰਾਤ ਬੜੀ ਦੂਰ ਦੀ ਗੱਲ। ਇਹਨੂੰ ਫਿਰ ਥਾਣੇਦਾਰ ਬਣਾ ਕੇ ਉੱਥੇ ਇੰਚਾਰਜ ਲਾਇਆ ਗਿਆ। ਅੱਛਾ ਅੱਛਾ ਅੱਛਾ। ਇਸੇ ਤਰ੍ਹਾਂ ਜਿਹੜਾ ਸੁਰਜੀਤ ਸਿੰਘ ਜਿਹਨੂੰ ਬਾਜੀਗਰ ਕਹਿੰਦੇ ਆ, ਬਾਜੀਗਰ, ਉਹਨੂੰ ਮਹਿਤੇ ਲਾਇਆ ਸੀ, ਸਬ ਇੰਸਪੈਕਟਰ ਬਣਾ ਕੇ ਚਾਰਜ ਲਾਇਆ ਸੀ। ਹਾਂ, ਬਸ ਬਾਜੀਗਰ ਨਾਲ ਤਾਂ ਆਪਾਂ ਇੰਟਰਵਿਊ ਕੀਤੀ ਸੀ, ਚਲੋ ਇਹਦੇ ਨਾਲ ਵੀ ਹੁਣ ਕਰਾ ਹੀ ਦਿਓ। ਕਰਾ ਦੇ ਕਹਿੰਦਾ। ਚਲੋ ਹੁਣ ਇਹਦੀ ਜਿਹੜੀ ਗੱਲ ਕਰਦੇ ਆਪਾਂ, ਇਹ ਕਹੇਗਾ ਕੋਈ ਗੱਲ ਨਹੀਂ ਹੈਗੀ, ਇਹਦਾ ਚਾਚਾ ਹੁੰਦਾ ਸੀ, ਅੱਜ ਕੱਲ੍ਹ ਛੱਡ ਵਿਦੇਸ਼ ਚਲੇਗਾ, ਉਹ ਵੀ ਇਹਦੇ ਨਾਲ ਕਾਫੀ ਲਿਖਤ ਰਿਹਾ ਦੇ ਵਿੱਚ, ਮਾਮਲਿਆਂ ਦੇ ਕਈ ਦੇ ਵਿੱਚ। ਮੇਰੇ ਕੋਲ ਇਹ ਸਾਰੇ ਕਈ ਵਾਰੀ ਨਾ ਕਈ ਖਬਰ ਲਾਉਣ ਵਾਸਤੇ ਜਾਂ ਕੋਈ ਖਬਰ ਦਾ ਸਪਸ਼ਟੀਕਰਨ ਵਾਸਤੇ ਘਰੇ ਵੀ ਆ ਜਾਂਦੇ, ਦਫ਼ਤਰ ਵੀ ਆ ਜਾਂਦੇ ਸੀ। ਗੱਲ ਕਰਕੇ ਪਤਾ ਹੁੰਦਾ ਸੀ, ਆਪਣੀ ਗੱਲ ਅੱਜ ਦੱਸ ਦਿੰਦੇ ਸੀ, ਗੱਲ ਨਹੀਂ ਕਹਿੰਦਾ ਕੀਤੀ ਵਾਲੀ ਗੱਲ ਹੈਗੀ, ਤੁਸੀਂ ਮੁੱਕਣ ਥੋੜੀ ਹੈ। ਤੇ ਜਦੋਂ ਇਹਨੂੰ ਚੌਂਕੀ ਜੱਜ ਲਾਇਆ ਥਾਣੇਦਾਰ ਬਣਾ ਕੇ, ਇਹਦੀ ਪ੍ਰਮੋਸ਼ਨ ਬਹੁਤੀ ਕਿਉਂ ਨਹੀਂ ਹੋ ਸਕੀ? ਇਸੇ ਕਰਕੇ ਨਹੀਂ ਹੋਈ। ਜਿਹੜਾ ਸਬ ਇੰਸਪੈਕਟਰ ਬਣਾਇਆ ਸਰਜੀਤ ਸਿੰਘ ਦੀ ਪ੍ਰਮੋਸ਼ਨ ਕਿਉਂ ਨਹੀਂ ਹੋਈ? ਇਸੇ ਕਰਕੇ ਨਹੀਂ ਹੋਈ ਕਿ ਪਹਿਲਾਂ ਹੀ ਆਊਟ ਹੋ ਕੇ ਜਾ ਕੇ ਬੜੀਆਂ ਪ੍ਰਮੋਸ਼ਨ ਦਿੱਤੀ ਸੀ। 8 ਗਨਮੈਨ ਹੁੰਦੇ ਸੀ, 8 ਕੋ ਫਾਲਟ ਹੁੰਦੀ ਉਹਨਾਂ ਕੋਲ, ਇਹਨਾਂ ਕੋਲ ਜੋ ਵੀਰ ਕਰਵਾਇਆ ਸੀ ਜੀ ਜੀ। ਇਸ ਕਰਕੇ ਇਹਦਾ ਪਿਛੋਕੜੀ ਪਿਛਲੇ ਪਾਸੇ ਜੁੜਦਾ ਵਾ। ਪੋਸੀਬਿਲਿਟੀ ਕੋਈ ਹੋਰ ਗੱਲ ਨਹੀਂ ਹੋ ਸਕਦੀ, ਲੇਕਿਨ ਹਾਲ ਦੀ ਜਿਹੜੀ ਡੀਜੀਪੀ ਸਾਹਿਬ ਨੇ ਕੱਲ ਮੈਨੂੰ ਦੱਸ ਰਿਹਾ ਸੀਗਾ ਕਿ ਡੀਜੀਪੀ ਸਾਹਿਬ ਮੈਨੂੰ ਫੋਨ ਆਇਆ ਸੀ, ਤੂੰ ਤਕੜਾ ਤੇਰੇ ਨਾਲ ਖੜੇ, ਅਸੀਂ ਚਿੰਤਾ ਨਾ ਕਰੀ, ਕਿਸੇ ਗੱਲ ਦੀ ਬੰਦੇ ਚ ਫੜ ਲਈ ਜੀ। ਇਹ ਖਾੜਕੂਵਾਦ ਦੇ ਵਿੱਚ ਖਾੜਕੂ ਨਹੀਂ ਸੀ, ਖਾੜਕੂਵਾਦ ਦੇ ਭੇਸ ਵਿੱਚ ਜਿਹੜੀਆਂ ਬਿੱਲੀਆਂ ਪੈਦਾ ਕੀਤੀਆਂ ਸੀ, ਉਹ ਕਿਹਾ ਜਾ ਸਕਦਾ ਕਿ ਇਹ ਕੈਟ ਸੀਗਾ। ਹਾਂਜੀ, ਬਾਗਾ ਕੈਟ। ਸੋ ਅਗਲਾ ਪੰਜਾਬ ਰੇਡੀਓ ਅਨਅਵੇਲੇਬਲ ਨੰਬਰ ਆ ਰਿਹਾ, ਮੈਂ ਕਦੇ ਚੁੱਕਦਾ ਨਹੀਂ ਹੁੰਦਾ, ਕਿਉਂਕਿ ਇਸ ਵਿਸ਼ੇ ਤੇ ਮੈਨੂੰ ਇਸ ਕਰਕੇ ਚੁੱਕਣਾ ਪੈਣਾ ਕਿਉਂਕਿ ਕੋਈ ਸੱਜਣ ਇਹ ਨਾ ਕਵੇ ਕਿ ਸਾਡੀ ਕਾਲ ਨਹੀਂ ਲੈ ਰਹੇ। ਤੇ ਨਾਲ ਮੈਂ ਫੋਟੋ ਵੀ ਦਿਖਾ ਦਿੰਦਾ ਕਿ ਅਨਅਵੇਲੇਬਲ ਨੰਬਰ ਜਿਹੜਾ ਹੈ ਸਾਨੂੰ ਇਸ ਵਕਤ ਆ ਰਿਹਾ। ਜਿਹੜੇ ਪਹਿਲੇ ਨੰਬਰ ਆਏ ਨੇ 2, ਅਸੀਂ ਉਹਨਾਂ ਨੂੰ ਫੇਕ ਕਰ ਸਕਦੇ ਹੋਵਾਂਗੇ ਤਾਂ ਗੱਲ ਵੱਖਰੀ ਹੈ, ਕਿਉਂਕਿ ਜਦੋਂ ਨੰਬਰ ਕਾਲਰ ਆਈਡੀ ਬਲੌਕ ਕਰਕੇ ਆਉਂਦਾ ਹੈ ਤੇ ਸਾਨੂੰ ਬੜਾ ਸੁਚੇਤ ਹੋ ਕੇ ਤੇ ਚੁਕੰਨੇ ਹੋ ਕੇ ਰਹਿਣਾ ਪੈਂਦਾ। ਆਹ ਵੇਖ ਲਓ ਜੀ, ਪਹਿਲੇ 2 ਨੰਬਰ ਆਏ ਨੇ, ਉਹਨਾਂ ਦੇ ਨੰਬਰ ਵੀ ਆਏ ਨੇ, ਔਰ ਥੱਲੇ ਜਿਹੜਾ ਅਨਅਵੇਲੇਬਲ ਇਸ ਵਕਤ ਨੰਬਰ ਆ ਉਹ ਆ ਰਿਹਾ। ਪਰ ਆਪਾਂ ਵੈਲਕਮ ਆਖਦੇ ਹਾਂ। ਮੈਂ ਬੇਨਤੀ ਕਰਾਂਗਾ ਕਿ ਅਨਅਵੇਲੇਬਲ ਨੰਬਰ ਤੋਂ ਕਾਲ ਜਦੋਂ ਤੁਸੀਂ ਕਰਦੇ ਹੋ ਤੇ ਸਾਨੂੰ ਖਿਆਲ ਰੱਖਣਾ ਪੈਂਦਾ ਤੁਹਾਡੀ ਗੱਲਬਾਤ ਦੇ ਵਿੱਚ। ਸੋ ਆਪਾਂ ਦੇਖਦੇ ਹਾਂ ਜੀ ਕਾਲਰ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਚਾਵਲਾ ਸਾਹਿਬ, ਪੱਟੀ ਸਾਹਿਬ ਜੀ। ਸਤਿ ਸ੍ਰੀ ਅਕਾਲ। ਮੇਰੇ ਕੋਲ ਲੈਂਡਲਾਈਨ ਦੇ 2 ਨੇ ਆਪਾਂ ਗੱਲ ਕਰੀਏ ਜੀ, ਜਿਹੜਾ ਸਵਾਲ ਕਰੀਏ। ਹਾਂ, ਤੇ ਮੇਰਾ ਸਵਾਲ ਬੜਾ ਛੋਟਾ ਜਿਹਾ ਅੱਜ ਤੇ
ਵੀ ਪਰਨੀਤ ਕੌਰ ਨੇ ਅੱਜ ਐਲਾਨ ਕੀਤਾ ਵਾ 1924 ਦੀਆਂ ਇਲੈਕਸ਼ਨਾਂ ਲੜਾਂਗੇ 2024 ਦੀਆਂ। ਇਹ ਹੁਣ ਦੱਸੋ ਕਿਹੜੀ ਪਾਰਟੀ ਵੱਲੋਂ ਲੋਕ ਪੰਜਾਬ ਲੋਕ ਕਾਂਗਰਸ ਵੱਲੋਂ ਲੜੇਗੀ, ਬੀਜੇਪੀ ਵੱਲੋਂ ਲੜੇਗੀ ਕਿ ਕਾਂਗਰਸ ਵੱਲੋਂ ਲੜੇਗੀ? ਮਿਹਰਬਾਨੀ, ਥੈਂਕ ਯੂ ਜੀ। ਇਹ ਤੇ ਕੱਲ ਤੇ ਲਿਖਿਆ ਸੱਚ ਹੈ ਜੀ, ਬੀਜੇਪੀ ਪਰ ਲੜੇਗੀ ਤੇ ਇਹ ਤੇ ਕੋਈ ਲੋਕ ਸਭਾ ਰਹਿ ਨਹੀਂ ਗਿਆ। ਜਦੋਂ ਉਹ ਅੱਜ ਦੀ ਡੇਟ ਦੇ ਵਿੱਚ ਬਕਾਇਦਾ ਤੌਰ ਤੇ ਬੀਜੇਪੀ ਦੀਆਂ ਮੀਟਿੰਗਾਂ 'ਚ ਭਾਗ ਲੈ ਰਹੀ ਹੈ, ਭਾਵੇਂ ਉਹਨੇ ਅਸਤੀਫਾ ਜੇ ਨਹੀਂ ਦਿੱਤਾ ਕਾਂਗਰਸ ਨੂੰ। ਕਾਂਗਰਸ ਵੀ ਇਸ ਵੇਲੇ ਜਿਹੜਾ ਹਾਲਾਤ ਕਾਂਗਰਸ ਦੇ ਹੈਗੇ, ਕੋਈ ਇਹੋ ਜਿਹਾ ਮੁੱਦਾ ਨਹੀਂ ਛੇੜਨੀ ਚਾਹੀਦੀ ਜੀ ਨਵਾਂ ਕੀ ਬਾਤ ਸ਼ੁਰੂ ਹੋਵੇ। ਇਸ ਕਰਕੇ ਚੁੱਪ ਬੈਠੇ ਨੇ। ਉਹਨੇ ਆਪ ਕਿਹਾ ਕਿ ਦੇਖੋ ਜੀ ਮੈਂ ਕਾਂਗਰਸੀ ਐਮਪੀ ਜ਼ਰੂਰ ਹਾਂ, ਲੇਕਿਨ ਮੈਂ ਬੀਜੇਪੀ ਦੀ ਮੀਟਿੰਗ ਭਾਗ ਲੈ ਰਹੀ। ਜੇ ਉਹਨੇ ਇੰਨੀ ਗੱਲ ਕਹੀ ਤੇ ਫਿਰ ਤੇ ਕੱਲ ਤੇ ਲਿਖਿਆ ਸੱਚ ਬੀਜੇਪੀ ਨੂੰ ਇਲੈਕਸ਼ਨ ਲੜੇਗੀ, ਕਾਂਗਰਸ ਟਿਕਟ ਵੀ ਨਹੀਂ ਦੇਗੀ, ਟਿਕਟ ਦੇਗੀ ਕਿ ਬਗਾਵਤ ਵੀ ਹੋਏਗੀ, ਫਿਰ ਤਾਂ ਬੜਾ ਕੁਛ ਹੋਏਗਾ ਉੱਥੇ। ਤੇ ਬੀਬੀ ਅਸਤੀਫਾ ਦੇ ਦੇਵੇ ਹੁਣ ਐਮਪੀ ਤੋਂ, ਕਿਉਂ ਇੰਨਾ ਪਾਰਟੀ ਧਰੋ ਕਿਉਂ ਦੇਵੇ? ਗੱਲ ਮੈਂ ਕਿਉਂ ਦੇਵੇ ਜੀ? ਜਦੋਂ ਮੰਗੇ ਹੀ ਨਿਕਲਿਆ ਅਸਤੀਫਾ ਕਿਉਂ ਦੇਵੇ? ਉਹ ਜਦੋਂ ਮੰਗਣੇ ਦੇ ਦੋ, ਮੰਗੇ ਹੀ ਨਾ ਅੰਦਰ ਕਿਸੇ ਵੀ ਪਾਰਟੀ ਕਾਂਗਰਸ ਨੂੰ ਵੀ ਇੰਨਾ ਕੀ ਡਰ ਵਾ? ਕਾਂਗਰਸ ਨੂੰ ਵੀ ਇੰਨਾ ਵੀ ਕੀ ਡਰ, ਇੰਨਾ ਭੈ ਵੀ ਕਿਉਂ? ਜਿੱਥੇ ਇੰਨੇ ਚੱਲ ਗਏ ਇੱਕ ਹੋਰ ਚੱਲ ਜੂ, ਕੀ ਹੋਣ ਲੱਗਾ? ਤਾਂ ਦੱਸੋ ਇਹਦੀ ਗੱਲ ਹੁੰਦੀ। ਗੱਲ ਸਿਰਫ ਇਹ ਹੈ ਕਿ ਜਿਸ ਤਰੀਕੇ ਨਾਲ ਹਾਲਤ ਕਾਂਗਰਸ ਦੀ ਕੋਈ ਕੰਟਰੋਵਰਸੀ ਨਹੀਂ ਛੇੜਨਾ ਚਾਹੁੰਦਾ। ਅੱਜ ਉਹ ਅਸਤੀਫਾ ਦੇ ਦਿੰਦੀ, ਅੱਜ ਅਸਤੀਫਾ ਦੇ ਦਿੰਦੀ ਹੈ, ਨਵੇਂ ਸਿਰੋਂ ਫਿਰ ਇਲੈਕਸ਼ਨ ਹੋਣੀ ਹੈ, ਹੋਣੀ ਹੈ ਨਾ ਜੀ। ਤੇ ਕੀ ਸੱਚੇ ਨਿਕਲਣੇ ਜੀ, ਫਿਰ ਕੀ ਫਿਰ ਨਿਕਲਣੇ? ਹਾਲ ਦੀ ਘੜੀ ਤੇ ਖਾਤਾ ਕਾਂਗਰਸ ਦਾ ਬੋਲਦਾ ਵੀ ਕਾਂਗਰਸ ਦੀ ਜਿੱਤੀ ਉੱਤੇ ਐਮਪੀ ਹੈਗੀ। ਚਲੋ ਐਨੀਵੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜੀ ਭਾਜਪਾ ਦੀ ਸਭ ਤੋਂ ਸ਼ਕਤੀਸ਼ਾਲੀ, ਮੈਂ ਤੁਹਾਡਾ ਨਜ਼ਰੀਆ ਜਾਣਨਾ ਚਾਹੁੰਦਾ, ਵੈਸੇ ਗੱਲ ਤੁਸੀਂ ਕੀਤੀ ਹੈ, ਸੰਸਦੀ ਕਮੇਟੀ ਵਿੱਚ ਮਿਲੀ ਹੈ ਇਕਬਾਲ ਸਿੰਘ ਲਾਲਪੁਰਾ ਨੂੰ ਜਗ੍ਹਾ ਜੀ, ਬਹੁਤ ਵੱਡੇ ਉੱਤੇ ਜਾ ਕੇ ਜਗ੍ਹਾ ਮਿਲੀ ਹੈ। ਮੇਰੇ ਖਿਆਲ ਚ ਪੰਜਾਬ ਜੇ ਕੈਰੋ ਪਰਿਵਾਰ ਤੋਂ ਬਾਅਦ ਜੇ ਮੈਂ ਵੇਖਾਂ ਤੇ ਕੋਈ ਉੱਥੇ ਪਹੁੰਚਿਆ ਪੰਜਾਬ ਦੇ ਵਿੱਚੋਂ ਇਸ ਜਗ੍ਹਾ ਦੇ ਉੱਤੇ ਸਭ ਤੋਂ ਸ਼ਕਤੀਸ਼ਾਲੀ ਸੰਸਦ ਕਮੇਟੀ ਵਿੱਚ ਭਾਜਪਾ ਦੀ ਜਿਹੜੀ ਇਸ ਵਕਤ ਰਾਜ ਕਰ ਰਹੀ ਹੈ, ਤੇ ਅਗਲੇ 5 ਸਾਲ ਦਾ ਸੁਪਨਾ ਹੋਰ ਲਿਆ ਉਹਨਾਂ ਨੇ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਪਤਾ ਕੀ ਆ ਭਾਟੀ ਸਾਹਿਬ, ਕਿ ਸੰਤ ਜਰਨੈਲ ਸਿੰਘ ਖਾਲਸਾ ਨੂੰ, ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਦਾ ਅਹਿਮ ਨਾਮ, ਗਡਗਰੀ, ਚੌਹਾਨ, ਜੋਗੀ ਦਿੱਤਿਆ ਨਾਥ ਵਰਗਿਆਂ ਨੂੰ ਵੀ ਸਾਈਡ ਤੇ ਕੀਤਾ ਹੈ। ਸਵਾਲ ਇਸ ਕਰਕੇ ਅਹਿਮ ਹੈ, ਕੀ ਕਹਿਣਾ ਚਾਹੋਗੇ? ਸਰਦਾਰ ਇਕਬਾਲ ਸਿੰਘ ਲਾਲਪੁਰਾ ਬੇਸਿਕਲੀ ਅੰਮ੍ਰਿਤਧਾਰੀ ਸਿੰਘ ਨੇ, ਔਰ ਇਹ ਬਕਾਇਦਾ ਤੌਰ ਤੇ ਜਦੋਂ ਸੰਤਾਂ ਨੂੰ ਗ੍ਰਿਫਤਾਰ ਕੀਤਾ ਸੀ, ਇਹ ਬਿਆਸ ਐਸੋਸੀਏਸ਼ਨ ਇਹਨਾਂ ਦੀ ਡਿਊਟੀ ਸੀ ਬਤੌਰ ਐਸਐਚ। ਸੰਤਾਂ ਨੇ ਕਹਿਤਾ ਸੀ ਮੈਂ ਗ੍ਰਿਫਤਾਰੀ ਦੇਣ ਲਈ ਤਿਆਰ ਹਾਂ, 5 ਅੰਮ੍ਰਿਤਧਾਰੀ ਕੋਈ ਪੁਲਿਸ ਤੋਂ ਲੈ ਆਓ। ਉਹਦੇ ਵਿੱਚ ਇੱਕ DIG ਸੀ, ਇੱਕ SP ਸੀ, ਇੱਕ SHO ਸੀ, 2 ਬੰਦੇ ਹੋਰ ਸੀ, 5 ਪੁਲਿਸ ਵਾਲੇ ਬਕਾਇਦਾ ਤੌਰ ਤੇ ਸੰਤਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਸੀ। 5 ਅੰਮ੍ਰਿਤਧਾਰੀ ਸੀ, ਲੁਧਿਆਣੇ ਲੈ ਕੇ ਗਏ। ਸਰਦਾਰ ਇਕਬਾਲ ਸਿੰਘ ਦੇ ਕੋਲ ਤੁਸੀਂ ਬਹਿ ਜਾਓ, ਕਈ ਵਾਰੀ ਮੂਡ ਚੋਣ ਤੇ ਬੜੀਆਂ ਗੱਲਾਂ ਸੁਣਾਉਂਦੇ ਆ। ਪੰਜਾਬ ਦੇ ਇੱਕ ਮੁੱਖ ਮੰਤਰੀ ਸਨ, ਉਹਨਾਂ ਦੀ ਪਤਨੀ ਦਾ ਇਹਨਾਂ ਨੂੰ ਫੋਨ ਗਿਆ, ਇਹ SHO ਲੱਗੇ ਸੀ, ਬੇਸਿਕਲੀ ASC ਭਰਤੀ ਹੋਈ ਸੀ, DIG ਰਿਟਾਇਰ ਹੋਏ। ਉਹਦਾ ਫੋਨ ਗਿਆ ਵੀ ਕਾਕਾ ਤੇਰਾ ਇੱਕ ਹੌਲਦਾਰ ਮੇਰੇ ਪਿੰਡੋਂ ਰੁਪਈਆ 500 ਪੈਸੇ ਲੈ ਗਿਆ ਤੇ ਪਾਸਪੋਰਟ ਬਣਾਉਣ ਦੀ ਵੈਰੀਫਿਕੇਸ਼ਨ ਆਇਆ। ਉਹਨੇ ਕਿਹਾ ਪਤਾ ਕਰੋ ਕਿਹੜਾ ਹੌਲਦਾਰ ਜੀ? ਕਹਿੰਦੇ ਮੱਖਣ ਸਿੰਘ ਹੌਲਦਾਰ। ਮੱਖਣ ਸਿੰਘ ਹੌਲਦਾਰ ਕੋਲ ਜਦੋਂ ਪਤਾ ਕੀਤਾ ਵੀ ਭਾਈ ਤੇਰੀ ਸ਼ਿਕਾਇਤ ਆਈ ਹੈ, ਤੇ ਸ਼ਿਕਾਇਤ ਆਈ ਹੈ ਸਾਬਕਾ ਮੁੱਖ ਮੰਤਰੀ ਦੀ ਪਤਨੀ ਨੂੰ, ਵੱਡੀ ਪਾਰਟੀ ਦੀ ਬੀਬੀ ਹੈ। ਉਹ ਕਹਿੰਦਾ ਜੀ ਤੁਸੀਂ ਵੀ ਲਿਖ ਦਿੰਦੇ ਹੋ, ਇਹਦਾ ਬੰਦੋਬਸਤ ਮੈਂ ਕਰ ਦਿੰਦਾ। ਉਹ ਕਹਿੰਦਾ ਕਿਵੇਂ ਕਰੇਗਾ? ਕਹਿੰਦਾ ਮੇਰੇ ਕੋਲ ਪੇਸ਼ੀ ਹੈਗੀ ਹੈ। ਕਹਿੰਦਾ ਕਿਆ ਬਾਤ, ਪੇਸ਼ੀ ਹੈਗੀ? ਪੇਸ਼ੀ ਦਾ ਬੰਦੋਬਸਤ ਹਾਂ ਕਰਾਂਗੇ। ਉਹ ਅਗਲੇ ਦਿਨ ਜਾਂਦਾ ਵਾ, ਜਾ ਕੇ ਉਹ ਬੀਬੀ ਨੂੰ ਮਿਲਦਾ ਵਾ, ਤੇ ਬੀਬੀ ਨੂੰ ਜਾ ਕੇ ਕਹਿੰਦਾ ਬੀਬੀ ਜੀ ਮੈਂ ਮੱਖਣ ਸਿੰਘ ਹੌਲਦਾਰ। ਹਾਂ ਕਾਕਾ ਦੱਸ, ਤੁਸੀਂ ਕੱਲ ਫੋਨ ਕੀਤਾ ਸੀ ਤੇ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਤੋਹਫਾ ਲੈ। ਉਹ ਜਿਹੜੀ ਲਿਫਾਫੇ ਚ ਪਾਈ ਦੀ ਪੇਚੀ ਲਿਖਾਉਂਦਾ ਉਹਨਾਂ ਨੂੰ, ਤੇ ਉਹ ਪੇਚੀ ਆਪਣੇ ਕੋਲ ਰੱਖ ਦਿੰਦੇ ਆ। ਰੱਖਣ ਤੋਂ ਬਾਅਦ ਬਕਾਇਦਾ ਤੌਰ ਤੇ ਉਹ ਫੋਨ ਕਰਦੇ ਫਿਰ ਸਰਦਾਰ ਇਕਬਾਲ ਸਿੰਘ ਦੀ, ਕਾਕਾ ਨੂੰ ਇਹੋ ਜਿਹੀ ਗੱਲ ਕੋਈ ਨਹੀਂ, ਮੈਂ ਪਤਾ ਕੀਤਾ। ਫਿਰ ਲੋਕਾਂ ਵਿੱਚ ਝੂਠ ਹੀ ਬੋਲ ਦਿੰਦੇ ਆ ਕੇ, ਉਹਦਾ ਹੌਲਦਾਰ ਦਾ ਕੋਈ ਕਸੂਰ ਨਹੀਂ ਹੈ। ਹੁਣ ਪੇਚੀ ਕਾਹਦੀ ਸੀ?
ਉਹ ਬੀਬੀ ਫੀਮ ਖਾਂਦੀ ਸੀ, ਉਹ ਫੀਮ ਦੀ ਪੇਸੀ ਸੀ, ਤੇ ਉਹ ਕਹਿੰਦਾ ਜੀ ਦੱਸੋ ਹੁਣ। ਕਹਿੰਦਾ ਠੀਕ ਹੈ, ਤੂੰ ਸਪਸ਼ਟੀਕਰਨ ਦਿਆ, ਤੇਰਾ ਕੰਮ ਹੋ ਗਿਆ, ਗੱਲ ਕੋਈ ਮੈਨੂੰ ਫੋਨ ਆ ਗਿਆ, ਦੁਬਾਰਾ ਕੋਈ ਕਾਰਵਾਈ ਨਹੀਂ ਕਰਨੀ। ਉਹਨੇ ਫਿਰ ਕਿਹਾ ਪੈਸੇ ਲੈ ਕੇ ਹੋਏ ਸੀ। ਕਹਿੰਦਾ ਐਸ ਡੀਐਸਪੀ ਦਾ ਰੀਡਰ ਜਿਹੜਾ ਸੀ 200 ਰੁਪਏ ਮੰਗਦਾ ਸੀ ਮੇਰੇ, ਕਿ 200 ਰੁਪਏ ਦੇ ਫਲਾਣੇ ਕੰਮ ਦਾ, ਤੇਰਾ ਫਲਾਣਾ ਕੰਮ ਕਰਾਇਆ। ਮੇਰੇ ਕੋਲ ਹੈਗੇ ਨਹੀਂ ਸੀ ਤੇ ਮੈਂ ਜੇ ਥੋੜ੍ਹੇ ਲੈਣੇ ਸੀ, ਮੈਂ ਲੈ ਕੇ ਦੇਣੇ ਸੀ। ਮੈਂ ਫਿਰ ਉਹ ਪੈਸੇ ਲੈ ਕੇ ਦਿੱਤੇ, ਇਸ ਕਰਕੇ ਮੇਰਾ ਕੋਈ ਕਸੂਰ ਨਹੀਂ ਹੈਗਾ। ਜੇ ਉਹਨੇ ਮੰਗੇ, ਮੈਂ ਕਿਹਾ ਮੇਰਾ ਕੋਈ ਨੁਕਸਾਨ ਕਰੂਗਾ ਡੀਐਸਪੀ ਤੇ ਹਾਲ ਦੀ ਘੜੀ ਜਿਹੜਾ ਵਾ ਦਰਦ ਮੱਥਾ ਨਾ। ਇਸ ਕਰਕੇ ਇਹਨਾਂ ਦੀਆਂ ਹੋਰ ਵੀ ਬੜੀਆਂ ਕਿਤੇ ਗੱਲਾਂ ਕਰਾਂਗੇ, ਇਹਨਾਂ ਨਾਲ ਬੜੀਆਂ ਬੜੀਆਂ ਗੱਲਾਂ ਦੱਸਦੇ ਹੁੰਦੇ, ਬੜੀਆਂ ਗੱਲਾਂ ਸੁਣਦੇ ਹੁੰਦੇ ਆ। ਔਰ ਇਹ ਤੁਹਾਨੂੰ ਨਹੀਂ ਪਤਾ ਹੋਊਗਾ, ਅਕਾਲੀ ਸਰਕਾਰ ਦੇ ਇਹ ਸਿਪਾਹ ਸਲਾਰ ਹੁੰਦੇ ਸੀ। ਜੀ ਜੀ। ਅੰਮ੍ਰਿਤਸਰ ਜ਼ਿਲ੍ਹੇ ਚ ਐਸਐਸਪੀ ਵੀ ਰਹੇ, ਏਐਸਪੀ ਵੀ ਰਹੇ, ਤੇ ਇੱਥੇ ਇੰਟੈਲੀਜੈਂਸ ਐਸਪੀ ਵੀ ਰਹੇ, ਲੰਮਾ ਸਮਾਂ ਰਹੇ। ਜੀ ਜੀ। ਹੁੰਦੇ ਸੀ ਕਿਹੜਾ ਖਾਲਸਾ ਤੇ ਕਿਹੜਾ ਅੱਤਵਾਦੀ ਫਲਾਣਾ ਹੁੰਦੇ ਸਾਰੇ। ਲਾਲਪੁਰਾ ਸਾਡੇ ਤੋਂ ਕੋਈ ਬਹੁਤਾ ਦੂਰ ਨਹੀਂ ਹੈ ਜੀ। ਤੇ ਉੱਥੇ ਮੈਂ ਤੁਹਾਨੂੰ ਦੱਸਦਾ, ਲਾਲਪੁਰਾ ਤੁਹਾਡੇ ਤੋਂ ਦੂਰ ਨਹੀਂ। ਇਹ ਕਈ ਸਾਲ ਨੇ, ਘੱਟੋ ਘੱਟ 50 ਸਾਲ ਹੋ ਗਏ, ਖਰੀਦੀ ਨਹੀਂ। ਨਹੀਂ ਚਲੋ ਪਿੰਡ ਤੇ ਲਾਲਪੁਰਾ ਹੀ ਵੱਜਦਾ ਨਾ। ਨੂਰਪੁਰ, ਹਾਂ, ਇਹਨਾਂ ਦੇ ਬਜ਼ੁਰਗ ਇੱਥੇ ਰਹਿੰਦੇ ਸੀਗੇ। ਇਹ ਅਨੰਦਪੁਰ ਸਾਹਿਬ ਲੱਗੇ ਨੂਰਪੁਰ ਬੇਦੀ, ਉੱਥੇ ਇਹਨਾਂ ਦੀ ਜ਼ਮੀਨ ਹੈਗੀ ਜੀ। ਚਲੋ ਮੈਨੂੰ ਇੰਨਾ ਯਾਦ ਆ ਕਿ ਲਾਲਪੁਰੇ ਦੇ ਵਿੱਚ ਅਖਬਾਰਾਂ ਭਰੀਆਂ ਪਈਆਂ ਸੀ, ਇੱਕ ਬੜਾ ਵੱਡਾ ਬੰਬ ਬਲਾਸਟ ਹੋਇਆ ਸੀ। ਜੀ ਜੀ ਜੀ। ਉਹਨਾਂ ਸਮਿਆਂ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਵਿੱਚ ਬੰਬ ਬਲਾਸਟ ਸੀਗਾ ਲਾਲਪੁਰੇ 'ਚ, ਸ਼ਾਇਦ ਤੁਹਾਨੂੰ ਯਾਦ ਹੋਊਗਾ। ਹੁਣ ਤੁਸੀਂ ਗੱਲ ਕੀਤੀ ਜੀ ਇਕਬਾਲ, ਬਿਲਕੁਲ ਚੰਗੀ। ਤੇ ਮੈਨੂੰ ਇਹ ਯਾਦ ਆ ਕਿ ਇਕਬਾਲ ਸਿੰਘ ਲਾਲਪੁਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਹੁਤ, ਅਕਾਲੀ ਦਲ ਉਸ ਵਕਤ ਅਕਾਲੀ ਦਲ ਸੀ, ਬਹੁਤ ਜ਼ਿਆਦਾ ਵੱਡੇ ਖੈਰ ਖੁਆਰ। ਹੁਣ ਆਪਾਂ ਭਾਜਪਾ ਦੇ ਵਿੱਚ, ਕਿਉਂਕਿ ਵੇਖੋ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਦੇ ਵਿੱਚ ਘਿਓ ਖਿਚੜੀ ਆ, 9 ਮਾਸ ਦਾ ਰਿਸ਼ਤਾ, ਤੇ ਉਹਦੀ ਇੱਕ ਮੈਂਬਰ ਆ, ਤੇ ਉਹ ਇਸ ਮੈਂਬਰ ਨੂੰ ਏਡੇ ਵੱਡੇ ਰੁਤਬੇ ਤੇ ਲੈ ਕੇ ਗਏ ਨੇ, ਏਡੇ ਵੱਡੇ ਅਹੁਦੇ ਤੇ ਲੈ ਕੇ ਗਏ ਨੇ, ਤੇ ਬਾਕੀਆਂ ਨੂੰ ਗੜਗੜੀ ਹੋਏ, ਚੌਹਾਨ ਹੋਏ, ਜੋਗੀ ਆਦਿੱਤਿਆਨਾਥ ਮੁੱਖ ਮੰਤਰੀ ਹੈ, ਇੱਕ ਵੱਡੇ ਸੂਬੇ ਦਾ ਮੁੱਖ ਮੰਤਰੀ ਹੈ, ਜਿਹੜੀ ਐਮਪੀ ਦੀਆਂ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਕੱਦ ਤੋਂ ਕੱਢਣ ਵਾਸਤੇ ਬੜਾ ਵੱਡਾ ਯੋਗਦਾਨ ਹੁੰਦਾ ਉਸ ਸੂਬੇ ਦਾ, ਸਭ ਤੋਂ ਵੱਡਾ ਸੂਬਾ ਉਹਨਾਂ ਨੂੰ ਸਾਈਡ ਕੀਤਾ ਹੈ। ਜਦੋਂ ਸਾਹਮਣੇ ਸਰਕਾਰ ਬਣਦੀ ਹੈ ਜੀ ਜੀ ਜੀ, ਇਹਨਾਂ ਨੂੰ ਐਸਪੀ ਵੀ ਲਾਇਆ ਜਾਂਦਾ, ਇਹਨਾਂ ਨੂੰ ਐਸਐਸਪੀ ਵੀ ਲਾਇਆ ਜਾਂਦਾ। ਤੇ ਪੋਲੀਟੀਕਲ ਬੰਦੇ ਨੂੰ ਹੁੰਦਾ ਕਿ ਗਲਤ ਕੰਮ ਕਰਾਉਣੇ, ਇਹ ਗਲਤ ਕੰਮ ਦੇ ਹੱਕ ਚ। ਕਿਸੇ ਗੱਲ ਤੋਂ ਬਾਦਲ ਸਾਹਿਬ ਵਿਗੜ ਗਈ ਇਹਨਾਂ ਦੀ, ਇਸ ਗੱਲ ਤੋਂ ਕਿ ਮੈਂ ਕੰਮ ਨਹੀਂ ਕਰਨਾ, ਉਹਨਾਂ ਖੁੱਡੇ ਲੈ ਲਾ, ਕਹਿੰਦੇ ਕੋਈ ਗੱਲ ਨਹੀਂ, ਵਿਗੜ ਪਈ, ਕੋਈ ਗੱਲ ਨਹੀਂ, ਮੈਨੂੰ ਕੋਈ ਦਿਰਸ ਨਹੀਂ ਹੈਗਾ। ਪਰ ਮੈਂ ਤੁਹਾਡਾ ਸਵਾਰਿਆ ਬਣਾ। ਬਾਦਲ ਸਾਹਿਬ ਨੂੰ ਉਹਨਾਂ ਦਿਨਾਂ 'ਚ ਹਰ ਗੱਲ ਦੀ ਦਿੰਦੇ ਸੀ, ਸੂਚਨਾ ਦਿੰਦੇ ਸੀ ਕਿ ਤੁਹਾਡਾ ਫਲਾਣਾ ਪਾਸਾ ਵੀਕ ਜੇ, ਉੱਥੇ ਜਾ ਕੇ ਫਲਾਣੇ ਬੰਦੇ ਨੂੰ ਮਿਲੋ, ਤੁਹਾਡੇ ਨਾਲ ਜੁੜ ਗਿਆ, ਤੁਹਾਡੇ ਤਲਵੰਦਾਂ ਚ। ਕੀ ਤੁਸੀਂ ਇਹਨਾਂ ਨੂੰ ਆਉਣ ਵਾਲੇ ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਦੇ ਤੌਰ ਤੇ ਵੇਖ ਰਹੇ ਹੋ? ਮੈਂ ਤਾਂ ਵੇਖ ਰਿਹਾ ਬਿਲਕੁਲ। ਮੈਂ ਇਹੀ ਜਿਹੜੀ ਤੁਸੀਂ ਗੱਲ ਕਹਿਤੀ, ਮੈਂ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਇਸ ਵੇਲੇ ਜਿਸ ਸਿਚੁਏਸ਼ਨ ਪੁੱਜੇ ਨੇ, ਉਹ ਇੱਕ ਨੇ 2 ਕਮੇਟੀ ਦੇ ਮੈਂਬਰ ਨੇ। ਪਹਿਲੀ ਹੈਗੀ ਹੈ ਸੰਸਦੀ ਬੋਰਡ ਦੀ, ਦੂਜੀ ਹੈਗੀ ਚੋਣ ਕਮੇਟੀ, ਉਹਦੇ ਵੀ ਮੈਂਬਰ ਨੇ। ਦੋਵੇਂ ਸਟਰੋਂਗ ਕਮੇਟੀਆਂ, ਦੋਵੇਂ ਵੱਡੀਆਂ ਕਮੇਟੀਆਂ ਨੇ। ਹਿੰਦੁਸਤਾਨ ਦੇ ਵਿੱਚ ਕਿਸੇ ਵੀ ਬੰਦੇ ਨੇ ਕਿਤੋਂ ਵੀ ਚੋਣ ਲੜਨੀ ਆ, ਉਹ ਚੋਣ ਕਮੇਟੀ ਤੇ ਸੰਸਦੀ ਕਮੇਟੀ ਦੇ ਵਿੱਚੋਂ ਹੋ ਕੇ ਜਾਣਾ ਨਾ, ਉਹਦਾ ਕਿਹਨੂੰ ਟਿਕਟ ਨਹੀਂ ਮਿਲਦੀ। ਹੁਣ ਇਹ ਚਲੇ ਗਏ, ਪਹਿਲਾਂ ਇਹਨਾਂ ਨੂੰ ਇਲੈਕਸ਼ਨ ਲੜਾਈ, ਫਿਰ ਬਣਾਇਆ ਗਿਆ ਇਹਨੂੰ ਮਾਈਨੋਰਿਟੀ ਚੇਅਰਮੈਨ, ਫਿਰ ਇਹਨਾਂ ਨੂੰ ਇਲੈਕਸ਼ਨ ਲੜਾਈ ਗਈ, ਅਨੰਦਪੁਰ ਸਾਹਿਬ ਹਾਰ ਗਈ, ਕੋਈ ਗੱਲ ਨਹੀਂ, ਫਿਰ ਚਾਰ ਦੇ ਦਿੱਤਾ ਮਨੋਰਟੀ ਕਮਿਸ਼ਨ ਦਾ। ਹੁਣ ਇਹਨਾਂ ਨੂੰ ਸੰਸਦੀ ਬੋਰਡ ਪਾਇਆ ਗਿਆ। ਕਾਰਨ ਕੀ ਹੈ? ਪੜ੍ਹੇ ਲਿਖੇ ਨੇ, ਇਹਨਾਂ ਕਿਤਾਬਾਂ ਵੀ ਲਿਖੀਆਂ। ਅੱਛਾ, ਕੰਟਰੋਵਰਸੀ ਤੋਂ ਦੂਰ ਨੇ, ਕੰਟਰੋਵਰਸੀ ਤੋਂ ਵੀ ਦੂਰ ਰਹੇ ਨੇ, ਮਤਲਬ ਜੇ ਕੰਟਰੋਵਰਸੀਆਂ ਬਣੀਆਂ ਹੈਗੀਆਂ, ਛੱਡੋ ਨਹੀਂ, ਉਹ ਜਿਹੜੀਆਂ ਨੇ, ਮੈਂ ਵੀ ਵੇਖੋ ਉਹਨਾਂ ਨੂੰ ਆਪਾਂ ਜੇ ਲੈ ਕੇ ਚੱਲਾਂਗੇ ਨਾ, ਤੇ ਉਹ ਕਿਹੜਾ ਵਾ ਦੁੱਧ ਤੋਤਾ ਮੈਨੂੰ ਦੱਸੋ। ਬਸ ਮੈਂ ਤੁਹਾਨੂੰ ਕਹਿੰਦਾ ਕਿ ਉਹ ਗੱਲ ਪਰ ਕਈ ਤੇ ਹੁੰਦੇ ਨਾ ਕਿ ਇਹੋ ਜਿਹੇ ਪੁੱਠੇ ਨਹੀਂ ਪੁੱਠੇ ਸਿੱਧੇ ਬਿਆਨਬਾਜ਼ੀਆਂ। ਵੇਖੋ ਜਦੋਂ ਤੁਸੀਂ ਪਾਣੀ ਦੇ ਵਿੱਚ ਉਤਰਨਾ, ਹੱਥ ਪੈਰ ਤੇ ਮਾਰਨੇ ਹੀ ਪੈਣੇ ਆ, ਠੀਕ ਹੈ ਜੀ। ਜਦੋਂ ਤੁਸੀਂ ਇਹ ਬਿਨਾਂ ਵਜ੍ਹਾ ਤੋਂ ਬਿਆਨਬਾਜ਼ੀਆਂ ਦਵੋਗੇ ਨਾ, ਮੈਂ ਉਹਨਾਂ ਦੀ ਗੱਲ ਕਰਦਾ, ਬਿਨਾਂ ਵਜ੍ਹਾ ਤੋਂ ਕਦੇ ਤੁਸੀਂ ਸੁਣਿਆ ਪੜਿਆ? ਚਾਵਲਾ ਸਾਹਿਬ ਲਾਈਨਾਂ ਫਲੈਸ਼ ਹੋ ਰਹੀਆਂ ਨੇ ਇਹਨਾਂ ਦੇ ਸਮਾਂ ਤੁਹਾਡੇ ਨਾਲ ਤੇ ਘੰਟਿਆਂ ਬੱਧੀ ਚਾਹੀਦਾ।
ਕਿਉਂਕਿ ਇੱਕ ਦਿਨ ਨਾ ਸਾਡੇ ਮਿੱਤਰ ਨੇ ਸਰਦਾਰ ਰਣਜੀਤ ਸਿੰਘ ਜੀ, ਉਹ ਕਹਿੰਦੇ ਜਦੋਂ ਤੁਸੀਂ ਦੋਨੋਂ ਜਣੇ ਗੱਲ ਸੁਣਦੇ ਪਏ ਹੋਣਗੇ ਇਸ ਵਕਤ ਜੀ, ਕਹਿੰਦੇ ਤੁਸੀਂ ਜਦੋਂ ਦੋਨੋਂ ਗੱਲਾਂ ਕਰਦੇ ਹੋ ਤੇ ਸਾਨੂੰ ਪੁਰਾਣੀਆਂ ਕਿਸੇ ਵੇਲੇ ਤੁਸੀਂ ਯਾਦਾਂ ਦਵਾ ਦਿੰਦੇ ਹੋ, ਇੰਨਾ ਕੁਝ ਲੈ ਕੇ ਕਿੱਥੋਂ ਪੈਂਦੇ ਹੋ? ਮੈਂ ਕਿਹਾ ਜੀ ਮੈਨੂੰ ਤੁਸੀਂ ਇਸ ਮੰਚ ਤੋਂ ਹੁਣ ਬੋਲਣ ਵਾਸਤੇ ਕਹੋਗੇ ਤੇ ਮੈਨੂੰ ਕੋਈ ਲਫ਼ਜ਼ ਨਹੀਂ ਸੁਝਣਾ, ਪਰ ਜਦੋਂ ਮੈਂ ਆਪਣੇ ਇਸ ਮੰਚ ਤੇ ਇਸ ਮਾਈਕ ਤੇ ਮੱਥਾ ਟੇਕ ਕੇ ਬਹਿਣਾ, ਜਿੱਦਾਂ ਖਿਡਾਰੀ ਗਰਾਊਂਡ ਜਾਣ ਤੋਂ ਪਹਿਲਾਂ ਮੱਥਾ ਟੇਕਦਾ ਨਾ, ਮੈਂ ਮੱਥਾ ਟੇਕ ਕੇ ਬਹਿਣਾ ਤੇ ਮੈਨੂੰ ਕੁਦਰਤ ਵੱਲੋਂ ਆਪਣਾ ਕੁਆੜ ਖੁੱਲ ਜਾਂਦਾ। ਇੱਕ ਗॉड ਗਿਫਟ ਹੁੰਦਾ ਜੀ ਜੀ। ਤੇ ਜਦੋਂ ਤੁਹਾਡੇ ਨਾਲ ਗੱਲਬਾਤ ਕਰਦੇ ਆ, ਜਦੋਂ ਤੁਸੀਂ ਗੱਲ ਕਰਦੇ ਹੋ ਤੇ ਆਪਾਂ ਕੋਈ ਤਿਆਰੀ ਕਰਕੇ ਨਹੀਂ ਬਹਿੰਦੇ, ਇਹ ਤਾਂ ਤੁਹਾਡੀ ਆਤਮਾ ਵੀ ਜਾਣਦੀ ਹੈ ਤੇ ਮੇਰੀ ਆਤਮਾ ਵੀ ਜਾਣਦੀ। ਜੀ ਜੀ ਜੀ। ਕਈ ਇਹ ਸੋਚਦੇ ਹੋਣਗੇ ਕਿ ਪਤਾ ਨਹੀਂ ਕਿੰਨਾ ਕੁ ਚਿਰ ਪਹਿਲਾਂ ਤਿਆਰੀ ਕਰਦੇ ਨੇ ਪੱਟੀ ਸਾਹਿਬ ਤੇ ਆਪਣੇ ਚਾਵਲਾ ਜੀ ਕਿ ਆਪਾਂ ਅੱਜ ਇਹ ਗੱਲ ਤੇ ਗੱਲ ਕਰਨੀ ਹੈ। ਇਹ ਕੁਦਰਤੀ ਹੀ ਇੱਕ ਲਿੰਕ ਬਣਦਾ, ਗੱਲ ਦੇ ਵਿੱਚੋਂ ਗੱਲ ਨਿਕਲਦੀ ਹੈ, ਗੱਲ ਦੇ ਵਿੱਚੋਂ ਗੱਲ ਨਿਕਲਦੀ ਹੈ, ਗੱਲ ਦੇ ਵਿੱਚੋਂ ਗੱਲ ਨਿਕਲਦੀ ਹੈ। ਆਪਾਂ ਕਾਲ ਲੈ ਲਈਏ, ਚਲੋ ਅੱਜ 2-4 ਮਿੰਟ ਸ਼ਾਇਦ ਓਵਰ ਟਾਈਮ ਵੀ ਲੱਗ ਜਾਵੇ। ਮੈਂ ਇਹ ਵੀ ਦੱਸ ਦਵਾਂ ਕਿ ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ ਸਰਦਾਰ ਜਸਪੀਰ ਸਿੰਘ ਪੱਟੀ ਉਹਨਾਂ ਨਾਲ ਅਰਸ਼ ਜੀ ਗੱਲਬਾਤ ਕਰਨਗੇ, ਕਿਉਂਕਿ ਮੇਰੇ ਇੱਕ ਪਰਮ ਪਿਆਰੇ ਮਿੱਤਰ ਜੇ ਦੋਸਤ ਨੇ ਰਣਬੀਰ ਸਿੰਘ ਜੀ, ਉਹਨਾਂ ਦੇ ਮਾਤਾ ਜੀ ਦਾ ਦਾਹ ਸੰਸਕਾਰ ਹੈ ਤੇ ਮੈਂ ਉੱਥੇ ਟਾਈਮ ਨਾਲ ਪਹੁੰਚਣਾ ਤੇ ਉਸੀ ਜਗ੍ਹਾ ਤੇ ਆਪਣੇ ਅਰਸ਼ ਨੂੰ ਸੰਭਾਲਣਗੇ। ਹਾਂਜੀ, ਅਗਲੀ ਕਾਲ ਲੈ ਲੈਣੀ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਚਾਵਲਾ ਜੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ, ਬੀਜੇਪੀ ਦਾ ਰੀਜਨਲ ਪਾਰਟੀਆਂ ਖਤਮ ਕਰਨ ਦਾ ਏਜੰਡਾ ਦੇ ਵੱਲ ਇੱਕ ਕਦਮ ਤਾਂ ਨਹੀਂ ਹੈਗਾ? ਤੁਹਾਡਾ ਕੀ ਵਿਚਾਰ ਲੱਗਦਾ ਜੀ ਇਹਦੇ ਬਾਰੇ, ਦੱਸੋ ਥੋੜਾ ਜਿਹਾ। ਵੀਰ ਜੀ, ਉਹ ਤੇ ਬਕਾਇਆ ਤੌਰ ਤੇ ਬਿਆਨ ਦੇ ਚੁੱਕੇ ਨੇ। ਅਮਿਤ ਸ਼ਾਹ ਨੇ ਬਿਆਨ ਦੇ ਦਿੱਤਾ ਕਿ ਪਹਿਲਾਂ ਅਸੀਂ ਕਾਂਗਰਸ ਮੁਕਤ ਭਾਰਤ ਕੀਤਾ ਤੇ ਹੁਣ ਅਸੀਂ ਰੀਜਨਲ ਪਾਰਟੀਆਂ ਖਤਮ ਕਰਨੀਆਂ। ਜਿਹੜੀ ਮੋਦੀ ਸਾਹਿਬ ਫੈਡਰਲਿਜ਼ਮ ਦੀ ਕਰ ਰਿਹਾ, ਉਹ ਪ੍ਰਾਈਵੇਟਿਜ਼ਮ ਦੀ ਗੱਲ ਕਰੇ, ਪ੍ਰਾਈਵੇਟ ਕਰਕੇ ਤੇ ਫਿਰ ਫੈਡਰਲਿਜ਼ਮ ਜਾਵਾਂਗੇ ਅਸੀਂ। ਉੱਥੇ ਵੀ ਕੰਪਨੀ ਆਪਣੀ ਮਨਮਾਨੀ ਕਰੇ, ਕੋਈ ਫੈਡਰਲਿਜ਼ਮ ਨਹੀਂ ਹੋਏਗਾ। ਇਹ ਬਿਆਨ ਦੇ ਚੁੱਕੇ ਉਹਦੇ ਤੇ। ਇਸ ਕਰਕੇ ਉਹਨਾਂ ਦੀ ਤੁਹਾਡੀ ਗੱਲ ਠੀਕ, ਔਰ ਕਿਹਾ ਵੀ ਸੀ ਅਮਿਤ ਸ਼ਾਹ ਨੇ ਕਿ ਸਾਡਾ ਟਾਰਗੇਟ ਹੁਣ ਜਿਹੜਾ ਤੇਲੰਗਾਨਾ, ਕੇਰਲਾ ਤੇ ਬੰਗਾਲ। ਜਦੋਂ ਉਹਨਾਂ ਨੇ ਬਿਆਨ ਦਿੱਤਾ ਸੀਗਾ ਤੇ 2 ਸੂਬਿਆਂ ਨੇ ਸਰਕਾਰਾਂ ਤੋੜੀਆਂ ਸੀ, ਇੱਕ ਬਿਹਾਰ ਦੇ ਵਿੱਚ, ਇੱਕ ਝਾਰਖੰਡ ਦੇ ਵਿੱਚ। ਝਾਰਖੰਡ ਦੇ ਵਿੱਚ ਜਿਹੜੇ ਸੀ ਪੈਸੇ ਲਏ ਸੀ ਜਿਨ੍ਹਾਂ ਐਮਐਲਏ ਨੇ ਸਰਕਾਰ ਤੋੜਨ ਵਾਸਤੇ, ਉਹ ਬੰਗਾਲ 'ਚ ਫੜੇ ਗਏ, ਜੇਲ੍ਹ ਚਲੇ ਗਏ ਤੇ ਉਹ ਸਰਕਾਰ ਬਣ। ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਨੂੰ ਪਤਾ ਸੀ ਜੇ ਮੈਂ ਕੁਛ ਨਾ ਕੀਤਾ ਤੇ ਇਹਨਾਂ ਪਹਿਲਾਂ ਕਰਨਾ ਸੀ। ਆਪਾਂ ਇਸ ਬਾਰੇ ਸਾਂਝੀ ਨਹੀਂ ਕੀਤੀ ਸੀ ਖਬਰ। 12 ਉਹ ਚਾਹੁੰਦੇ ਆ, 12 ਵਿਧਾਇਕ ਚਾਹੁੰਦੇ, 12 ਵਿਧਾਇਕ ਜੇ ਕਿਤੇ ਮਿਲ ਗਏ ਉਹਨਾਂ ਨੂੰ, ਕਾਂਗਰਸੀ ਵਿਧਾਇਕ ਸਾਰੇ ਫਿਲਮ ਚੱਲ ਜਾਣਗੇ। ਜੇ ਉਹ ਚਲੇ ਗਏ ਤੇ ਉਹ ਸਰਕਾਰ ਦੀ ਬਣਾਉਣਗੇ। ਨਿਤਿਸ਼ ਨੂੰ ਪਤਾ ਸੀਗਾ, ਨਿਤਿਸ਼ ਕੋਲ ਰਸਤਾ ਕੋਈ ਨਹੀਂ ਰਹਿ ਗਿਆ। ਜੋ ਕਿਸੇ ਨੇ ਕੀਤਾ ਠੀਕ ਕੀਤਾ, ਮੌਕੇ ਤੇ ਕੀਤਾ। ਲੇਕਿਨ ਉਹਦਾ ਝਟਕਾ ਬੜਾ ਕਾਂਗਰਸ ਬੀਜੇਪੀ ਨੂੰ ਲੱਗਾ। ਉਹਦੇ ਝਟਕੇ ਤੋਂ ਬਾਅਦ ਉਹਨਾਂ ਨੇ ਸੰਸਦੀ ਕਮੇਟੀ ਦੇ ਵਿੱਚੋਂ ਸਾਰੇ ਬੰਦੇ ਉਹ ਝਟਕਾਤੇ ਜਿਹੜੇ ਮੋਦੀ ਸਾਹਮਣੇ ਕੋਈ ਆਪਣਾ ਕਦਮ ਰੱਖਦੇ। ਅੱਜ ਉਸ ਕਮੇਟੀ ਜਿੰਨੇ ਬੰਦੇ ਗਏ ਸਭ ਜੀ ਹਜ਼ੂਰੀ ਹੈ, ਕਿਸੇ ਨੇ ਗੱਲ ਕਰੀ ਉਹਨੇ ਕੋਲੇ ਕੰਸੈਂਟ ਕਰ ਦੋ, ਕਰਤੇ ਜੀ ਕੋਈ ਗੱਲ ਨਹੀਂ। ਭਾਜੀ ਅੱਜ ਬਿਊਰੋਕਰੇਟ ਰਾਜ ਥੋੜੀ ਕਰ ਰਹੇ ਆ, ਬਿਊਰੋਕ੍ਰੇਸੀ ਥੋੜੀ ਚੱਲ ਰਹੀ ਆ। ਅੱਜ ਚੱਲ ਰਹੀ ਆ ਜਿਹੜੀ, ਹੁਣ ਤੁਸੀਂ ਗੱਲ ਸਮਝ ਲਓ ਮੇਰੀ, ਉਹ ਚੱਲ ਰਹੀ ਆ। ਉਹ ਵੱਡੀ ਟੀਮ ਇੱਕ ਸਾਈਡ ਤੇ ਕੰਮ ਕਰ ਰਹੀ ਆ, ਉਹ ਸਮਝਦੀ ਆ, ਵਿਚਾਰਦੀ ਆ ਕਿ ਅਸੀਂ ਅੱਗੇ ਕਿਵੇਂ ਵਧਣਾ। EVM ਤਾਂ ਅਸੀਂ ਆਪਣੇ ਕਬਜ਼ੇ 'ਚ ਕਰ ਲਿਆ, ਕਿੱਥੇ ਕੀ ਕਰਨਾ, ਕਿਵੇਂ ਨਹੀਂ ਹੋਣਾ, ਮਤਲਬ ਚੈਲੰਜ ਕਰਦੇ ਪਏ ਨੇ। ਅੱਜ ਤੁਸੀਂ ਹੱਥ ਖੜੇ ਕਰਵਾ ਲਓ, ਵੋਟਾਂ ਪਾਉਣੀਆਂ ਨੇ, ਹੱਥ ਖੜੇ ਕਰਵਾ ਕੇ ਇੱਕ ਪਾਸੇ ਹਟ ਜਾਓ ਵੀ ਇੱਧਰਲੇ ਪਾਸੇ ਵੀ ਆ ਜਾਓ, ਕਾਂਗਰਸ ਇੱਧਰ ਪਾਸੇ, ਭਾਜਪਾ ਇੱਧਰਲੇ ਪਾਸੇ ਤੇ ਬੀਜੇਪੀ ਤੇ ਆਪਣੇ ਜਿਹੜੇ ਆ ਉਹ ਬਾਕੀ ਪਾਰਟੀਆਂ ਦੇ ਵਿੱਚੋਂ ਜਿਹੜੇ ਬੰਦੇ ਨੇ ਉਹ ਇੱਧਰਲੇ ਪਾਸੇ ਹੱਥ ਖੜੇ ਕਰਾ ਲਓ, ਫੇਰ ਫੈਸਲਾ ਹੋਣਾ। ਤੇ ਪਰ ਉਹ ਉਹਦੇ ਲਈ ਕੋਈ ਤਿਆਰ ਨਹੀਂ ਹੋਣਾ। ਕੋਈ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ ਹੈ ਨਹੀਂ, ਤੇ ਡੈਮੋਕ੍ਰੇਸੀ ਦਾ ਉੱਥੇ ਹੋ ਰਿਹਾ ਜੋ ਕਹਾਣ, ਉਹ ਤੁਸੀਂ ਸੁਣ ਚੁੱਕੇ ਹੋ, ਪੜ੍ਹ ਚੁੱਕੇ। ਆਪਾਂ ਕਾਲ ਲੈ ਲੈਣੇ। ਹੈਲੋ ਚਾਵਲਾ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਬਾਈ ਫਤਿਹ ਜੀ। ਖਾਲਸਾ ਜੀ। ਦੇਖੋ, ਦਾਲ ਲਾਉਣ ਵਾਲੇ ਤਾਂ ਬੜੇ ਤਰ੍ਹਾਂ ਦੇ ਤਰੀਕੇ ਨਾਲ ਵਰਤਦੇ ਆ। ਉਹ ਟੋਕਰੀ ਦੇ ਥੱਲੇ ਛਿਟੀ ਦਿੱਤੀ ਹੈ ਤੇ ਥੱਲੇ ਚੋਗਾ ਪਾਇਆ। ਚਲੋ
ਉਹ ਚਾਵਲਾ ਸਾਹਿਬ ਤੁਸੀਂ ਐਕਸਪਲੇਨ ਕਰਤਾ, ਉਹਦੇ 'ਚ ਕੋਈ ਦੋ ਰਾਮਾ ਨਹੀਂ। ਹੁਣ ਰਹੀ ਗੱਲ ਇਹ ਕਿ ਅੱਜ ਮੇਰਾ ਇੱਕ ਉਹ ਸਵਾਲ ਹੈ ਜਿਹੜਾ ਬੜੀ ਦੇਰ ਦਾ ਲੋਕ ਜਾਣਦੇ ਨੇ, ਔਰ ਪੱਟੀ ਸਾਹਿਬ ਵੀ ਸ਼ਾਇਦ ਉਹਦਾ ਕਦੇ ਜ਼ਿਕਰ ਘੱਟ ਕਰਦੇ, ਪਤਾ ਇਹਨਾਂ ਨੂੰ ਜ਼ਰੂਰ ਹੋਊ। ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਮੇਂ ਜਨਸੰਘ ਦੀ ਆਪਣੀ ਮੈਂਬਰਸ਼ਿਪ ਲਈ, ਇਹਦੇ ਬਾਰੇ ਦੱਸਿਓ। ਤੇ ਬਾਕੀ ਉਹ ਭੱਟੀ ਸਾਹਿਬ ਕਦਮ ਕਦਮ ਚੱਲ ਕੇ ਖਾਲਸਾ ਜੀ BC ਤੋਂ ਸਵਾਲ ਕਰਦੇ ਪਏ, ਪੰਥ ਰਤਨ ਫਕਰੇ ਕੌਮ ਪਦਮ ਵਿਭੂਸ਼ਣ। ਪੰਥ ਰਤਨ ਫਕਰੇ ਕੌਮ, ਕੌਮ ਕਿਹੜੀ ਆ? ਜਿਹੜੀ ਕੌਮ ਦੀ ਉਹ ਰਹਿਨੁਮਾਈ ਕਰਦੇ ਨੇ। ਪੰਥ ਰਤਨ ਫਕਰੇ ਕੌਮ ਪਦਮ ਵਿਭੂਸ਼ਣ, ਕਿਸਾਨਾਂ ਦੇ ਮਸੀਹਾ, ਪੰਜਾਬ ਦੇ 5 ਵਾਰ ਸਾਬਕਾ ਮੁੱਖ ਮੰਤਰੀ ਤੇ 6ਵੀਂ ਵਾਰ ਹਰੇ MLA ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਂਬਰਸ਼ਿਪ ਲਈ। ਹੈ ਕੋਈ ਤੁਹਾਡੇ ਕੋਲ ਇਹਦੇ ਬਾਰੇ ਕੋਈ ਨਜ਼ਰੀਆ, ਕੋਈ ਹੈ ਇਹਦੇ ਬਾਰੇ ਕੋਈ ਗੱਲਬਾਤ? ਬਿਲਕੁਲ ਜੀ, ਵੇਖੋ ਚਰਚਾ ਜੀ, ਮੇਰੇ ਕੋਲ ਸਬੂਤ ਕੋਈ ਨਹੀਂ ਹੈ, ਚਰਚਾ ਵੀ ਹੈਗੀ ਸੀ ਮੈਂਬਰਸ਼ਿਪ। ਮੈਂ ਸਬੂਤ ਭੇਜ ਦੂੰ, ਮੇਰੇ ਕੋਲ ਸਬੂਤ ਕੋਈ ਨਹੀਂ ਕਿ ਮੈਨੂੰ ਕਹਿ ਰਿਹਾ, ਚਰਚਾ ਜ਼ਰੂਰ ਹੈਗੀ ਆ। ਮੈਂ 1967 ਤੋਂ ਲੈ ਕੇ ਇਹ ਖਾਲਸਾ ਜੀ ਇੱਕ ਮਿੰਟ, ਖਾਲਸਾ ਜੀ ਇੱਕ ਮਿੰਟ ਤੁਹਾਨੂੰ ਸਮਾਂ ਦੇਵਾਂਗੇ। ਹਾਂਜੀ 1967 ਤੋਂ ਲੈ ਕੇ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਬਣਦੀਆਂ ਜਨਸੰਘ ਨਾਲ ਰਲ ਕੇ ਬਣਦੀਆਂ ਆਈਆਂ, ਉਹ ਐਵੇਂ ਨਹੀਂ ਬਣਦੀਆਂ ਆਈਆਂ। ਕਾਂਗਰਸ ਨੂੰ ਗਾਲਾਂ ਕੱਢੀਆਂ, ਜਨਸੰਘ ਨਾਲ ਰਲ ਕੇ ਸਰਕਾਰਾਂ ਬਣਾਈਆਂ। ਆਪਾਂ ਕੀ ਕਿਹਾ ਸੀਗਾ? ਪਰ ਕਾਂਗਰਸ ਦੇ ਕਾਂਗਰਸ ਦੇ ਚੋਣ ਮੈਨੀਫੈਸਟੋ ਤੇ ਵੀ ਇੱਕ ਵਾਰੀ ਚੋਣ ਲੜ ਚੁੱਕੇ ਨੇ। 1956 ਲੜੀ ਹੈ ਜੀ, ਉਦੋਂ ਅਲਾਇੰਸ ਸੀਗਾ ਇਹਨਾਂ ਦਾ। ਹਾਂ, ਬਲਦਾਂ ਦੀ ਜੋੜੀ ਇਹਨਾਂ ਦਾ ਚੋਣ ਨਿਸ਼ਾਨ ਹੁੰਦਾ ਸੀ। ਕਾਂਗਰਸ ਦਾ ਅਲਾਇੰਸ ਤੇ ਲੜੇ ਸੀਗੇ, ਕਿਉਂ? ਉਦੋਂ ਕਾਂਗਰਸ ਦਾ ਅਲਾਇੰਸ ਦਾ ਪਿੰਡ ਹੈਗਾ ਸੀਗਾ, ਅਲਾਇੰਸ ਲੜੇ ਸੀ। ਮੁੜ ਕੇ ਬਾਅਦ ਦੇ ਵਿੱਚ ਫਿਰ ਵੱਖੋ ਵੱਖਰੀ ਹੋਏ, ਕਿਉਂ? ਕਾਂਗਰਸ ਨਾਲ ਰਸਤੇ ਇਲੈਕਸ਼ਨ ਲੜੇ ਨਹੀਂ ਲੜੇ। ਬਾਅਦ ਦੇ ਵਿੱਚ ਫਿਰ ਇਹਨਾਂ ਦਾ 67 ਤੋਂ ਬਾਅਦ ਜਿਹੜਾ ਸੀ ਜਨਸੰਘ ਦਾ ਪੈ ਗਿਆ ਟੇਚਾ, ਜਿਹੜੀ ਕਿ ਕਹਿੰਦੇ ਮੈਂਬਰਸ਼ਿਪ ਲਈ, ਉਦੋਂ ਦੀ ਗੱਲ ਆ। ਇਹ ਫਿਰ ਉਹਦੇ ਨਾਲ ਹੀ ਰਹੇ। ਇਹਨਾਂ ਨੂੰ ਪਤਾ ਸੀਗਾ ਕਿ ਜੇ ਕਾਂਗਰਸ ਨਾਲ ਅਸੀਂ ਮਿਲ ਕੇ ਸਰਕਾਰ ਬਣੇ, ਸਾਡਾ ਮੁੱਖ ਮੰਤਰੀ ਬਣਨ ਦੀ ਵਾਰੀ ਨਹੀਂ ਆਉਂਦੀ। ਇਸੇ ਕਰਕੇ ਤੇ ਪੰਜਾਬ ਵੱਖਰਾ ਕੀਤਾ, ਪੰਜਾਬੀ ਸੂਬਾ ਦੀ ਸਾਡੀ ਵਾਰੀ ਆ ਜੂਗੀ। ਵੱਡੇ ਪੰਜਾਬ ਦੀ ਵਾਰੀ ਫਿਰ ਨਹੀਂ ਸੀ ਹੋਣੀ। ਇਸ ਕਰਕੇ ਜਨਸੰਘ ਨੇ ਕੀਤਾ ਸੀ ਕਿ ਜਨਸੰਘ ਹੋਰ ਹੋ ਗਈ ਹੈਵੀ। ਉਹ ਕਹਿੰਦੀ ਤੁਸੀਂ ਕੌਣ ਤੇ ਮੈਂ ਕੌਣ, ਵੇਖੋ ਉਹਨਾਂ ਸਮਝ ਕੀ ਬਣਦਾ। ਔਰ ਇੱਕ ਧਨਾੜ ਨੇ ਲੈ ਲਿਆ ਜੀ ਵੱਡੇ ਸ਼ਹਿਰ ਦੇ ਵਿੱਚ ਆਪਣੇ ਧਨ ਰਾਸ਼ੀ ਬਚਾਉਣ ਵਾਸਤੇ, ਆਪਣੇ ਕਾਰੋਬਾਰ ਬਚਾਉਣ ਵਾਸਤੇ। ਬੰਗਾਲ ਵਰਗੇ ਸੂਬਿਆਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਕਾਰੋਬਾਰ ਸੀ। ਬਸ ਨਾ ਹੀ ਲੈਣਾ ਬਾਕੀ ਆ। ਗੁੰਝਲਦਾਰ ਕਹਾਂ ਵਿੱਚ ਬੁੱਝਣ ਵਾਲੇ ਨੂੰ ਬੁੱਝਣ ਦਿਓ। ਉਹਨਾਂ ਨੇ ਨਨਕਾਣਾ ਸਾਹਿਬ ਦੀ ਪਰਵਾਹ ਨਹੀਂ ਕੀਤੀ ਤੇ ਲਾਹਨਤਾਂ ਦਾ ਟੋਕਰਾ ਉਹਨਾਂ ਨੂੰ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਕਿ ਦੇਸ਼ ਨੂੰ ਵੰਡ ਦੇ ਵਿੱਚ ਇਹ ਲਾਹੌਰ ਬਾਅਦ ਦੇ ਵਿੱਚ ਮੀਟਿੰਗ ਹੋਈ ਕਿ ਅੱਜ ਪੜ੍ਹੀ ਸਟੋਰੀ, ਉਹਦੀ ਹੋਰ ਸਟੋਰੀਆਂ ਅੱਗੇ ਬੜੀਆਂ ਨੇ ਕਿ ਇਹ ਬੰਗਾਲ ਲੈ ਲਿਆ ਤੇ ਨਨਕਾਣਾ ਸਾਹਿਬ ਛੱਡ ਦਿੱਤਾ, ਕਿਉਂਕਿ ਸਾਡੀ ਧਨ ਦੌਲਤ ਉੱਥੇ ਲੱਗਾ, ਸਾਡਾ ਜਾਇਦਾਦ ਉੱਥੇ ਹੈ, ਸਾਡੀਆਂ ਫੈਕਟਰੀਆਂ ਉੱਥੇ ਨੇ, ਸਾਡਾ ਕਾਰੋਬਾਰ ਉੱਥੇ ਆ। ਤੇ ਉਹ 2.5 ਤੇ ਟੋਟਰੋ ਸੀ। ਇਹ ਬਲਦੇਵ ਸਿੰਘ ਨੇ ਉੱਥੇ ਲੈ ਲਿਆ। ਚਲੋ ਤੁਸੀਂ ਨਾਂ ਲਿਆ ਤਾਂ ਧੰਨਵਾਦ। 2.5 ਤੇ ਟੋਟਰੂ ਸੀ। ਗੋਲ ਹੋ ਗਈ, ਗੋਲ ਟੇਬਲ ਕੀ ਕਹਿੰਦੇ, ਰਾਉਂਡ ਟੇਬਲ ਮੀਟਿੰਗ ਹੋਈ ਜੀ, ਰਾਉਂਡ ਟੇਬਲ ਕੀ ਉੱਥੇ ਕਿੰਨੇ ਕੁ ਬਹਿ ਜਾਣਗੇ? ਅੱਜ ਸਾਡੇ ਇੱਥੇ ਟੇਬਲ ਲੱਗਾ ਹੁੰਦਾ ਬੈਂਕਟ ਹਾਲਾਂ ਦੇ, 10 ਬੰਦੇ ਮਹਾ ਬਹਿੰਦੇ ਆ, 8 ਲਾਉਣੇ ਪੈਂਦੇ ਖੁੱਲੇ ਡੁੱਲੇ ਹੋਣ ਵਾਸਤੇ, 10 ਬੰਦੇ ਹੋਣਗੇ। 2.5 ਟੋਟਰੂ ਜਮਸ਼ੇਦਪੁਰ ਸਾਰਾ ਬਲਦੇਵ ਸਿੰਘ ਦਾ ਸੀ। ਤੇ ਫਿਰ ਨਨਕਾਣਾ ਸਾਹਿਬ ਦੀ ਪਰਵਾਹ ਨਹੀਂ ਕੀਤੀ। ਨਾ ਉਹ ਚਾਹੁੰਦਾ ਤੇ ਬਦਲੇ ਦੇ ਵਿੱਚ ਲੈ ਲੈਂਦਾ। ਸਰਦਾਰ ਬਲਦੇਵ ਸਿੰਘ ਨੇ ਆਪ ਮੰਨਿਆ, ਕਹਿੰਦਾ ਮੇਰੇ ਪਿੱਠ ਵਿੱਚ ਕਹਿੰਦਾ ਕੀੜੇ ਪੈ ਗਏ, ਕਹਿੰਦਾ ਮੈਨੂੰ ਸਜ਼ਾ ਪੂਰੀ। ਹਾਂ, ਇਹ ਵੱਖਰੀ ਗੱਲ ਹੈ ਕਿ ਤੁਸੀਂ ਸਾਈਨ ਨਹੀਂ ਕੀਤੇ, ਚਲੋ ਉਦੋਂ ਤੱਕ ਤੁਹਾਡੀ ਕਿਤੇ ਬਸ ਫਿਰ ਉਹਦਾ ਯਾਦ ਆ ਸਾਨੂੰ ਜੀ। ਮਿਹਰਬਾਨੀ ਜਨਾਬ, ਥੈਂਕ ਯੂ। ਬਿਲਕੁਲ ਠੀਕ। ਚਲੋ, ਪਰ ਇਹ ਗੱਲਾਂ ਅਸੀਂ ਤੁਹਾਨੂੰ ਯਾਦ ਕਰਵਾ ਦਿੰਦੇ ਆ, ਹੋਰ ਤੇ ਚਲੋ ਵੱਖਰੀ ਗੱਲ ਆ। ਪੱਟੀ ਸਾਹਿਬ ਲਈਏ ਫਿਰ ਆ ਗਿਆ। ਬਿਲਕੁਲ ਜੀ, ਬਿਲਕੁਲ। ਚਲੋ, ਬਹੁਤ ਬਹੁਤ ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।